नमस्कार, दूरदर्शन खबरां 'ਚ ਆਪ ਸਭ ਦਾ ਸਵਾਗਤ। ਮੈਂ ਜਤਿੰਦਰ ਸਿੰਘ। ਪਹਿਲਾਂ ਪੇਸ਼ ਨੇ ਝੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਗਏ ਆਤਮ ਨਿਰਭਰ ਭਾਰਤ ਅਭਿਆਨ ਤਹਿਤ 20 ਲੱਖ ਕਰੋੜ ਰੁਪਏ ਦੇ ਪੈਕੇਜ ਵਿੱਚ ਖੇਤੀਬਾੜੀ ਅਤੇ ਇਸ ਨਾਲ ਸੰਬੰਧਿਤ ਹੋਰ ਧੰਦਿਆਂ ਲਈ ਸਰਕਾਰੀ ਰਾਹਤਾਂ ਦਾ ਐਲਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਕੀਤਾ ਗਿਆ। ਕੇਂਦਰ ਵੱਲੋਂ ਇਸ ਵਰਗ ਲਈ 11 ਸੂਤਰੀ ਪ੍ਰੋਗਰਾਮ ਦਾ ਐਲਾਨ। ਨਿਰਮਲਾ ਸੀਤਾਰਮਨ ਨੇ ਚੁਣੌਤੀਆਂ ਦੇ ਬਾਵਜੂਦ ਕਿਸਾਨਾਂ ਵੱਲੋਂ ਅਨਾਜ ਪੱਖੋਂ ਦੇਸ਼ ਨੂੰ ਖੁਸ਼ਹਾਲ ਬਣਾਉਣ ਦੀ ਸ਼ਲਾਘਾ ਕੀਤੀ। ਨਿਰਮਲਾ ਸੀਤਾਰਮਨ ਨੇ ਪਿਛਲੇ 6 ਸਾਲਾਂ ਦੌਰਾਨ ਕਿਸਾਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ NDA ਸਰਕਾਰ ਦੀਆਂ ਯੋਜਨਾਵਾਂ ਦਾ ਵੇਰਵਾ ਦਿੱਤਾ। ਕੇਂਦਰ ਵੱਲੋਂ PM ਕਿਸਾਨ ਯੋਜਨਾ ਦੇ ਘੇਰੇ ਵਿੱਚ ਮਛੇਰਿਆਂ ਤੇ ਪਸ਼ੂ ਪਾਲਕਾਂ ਨੂੰ ਵੀ ਲਿਆਉਣ ਦਾ ਐਲਾਨ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਕੇਂਦਰ ਵੱਲੋਂ 18,700 ਕਰੋੜ ਰੁਪਏ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਭੇਜੇ ਗਏ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ 6,400 ਕਰੋੜ ਰੁਪਏ ਦੇ ਕਲੇਮ ਕਿਸਾਨਾਂ ਨੂੰ ਦਿੱਤੇ ਗਏ। ਕੇਂਦਰ ਵੱਲੋਂ ਦਿਹਾਤੀ ਅਤੇ ਸ਼ਹਿਰੀ ਗਰੀਬਾਂ ਅਤੇ ਛੋਟੇ ਕਿਸਾਨਾਂ ਲਈ ਆਰਥਿਕ ਪੈਕੇਜ ਤਹਿਤ ਐਲਾਨੀਆਂ ਗਈਆਂ ਰਾਹਤਾਂ ਦਾ ਪੰਜਾਬ ਵਿੱਚ ਚੌਂ ਪਾਸਿਓਂ ਸਵਾਗਤ। ਗੁਰਦਾਸਪੁਰ ਤੋਂ 91 ਕਰੋਨਾ ਮਰੀਜ਼ਾਂ ਨੂੰ ਸਿਹਤਯਾਬ ਹੋਣ ਮਗਰੋਂ ਹਸਪਤਾਲ ਤੋਂ ਛੁੱਟੀ ਮਿਲੀ। ਅੰਮ੍ਰਿਤਸਰ ਵਿੱਚ ਵੀ ਗੁਰੂ ਨਾਨਕ ਹਸਪਤਾਲ ਅਤੇ ਗੁਰੂ ਰਾਮਦਾਸ ਹਸਪਤਾਲ ਤੋਂ 95 ਕਰੋਨਾ ਮਰੀਜ਼ ਸਿਹਤਯਾਬ ਹੋਣ ਮਗਰੋਂ ਘਰੀਂ ਪਰਤੇ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਤਮ ਨਿਰਭਰ ਭਾਰਤ ਅਭਿਆਨ ਤਹਿਤ ਐਲਾਨੇ ਗਏ 20 ਲੱਖ ਕਰੋੜ ਰੁਪਏ ਦੇ ਪੈਕੇਜ ਦੇ ਤੀਜੇ ਹਿੱਸੇ ਵਜੋਂ ਅੱਜ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਨਵੀਂ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਖੇਤੀਬਾੜੀ ਅਤੇ ਸੰਬੰਧਿਤ ਸਹਾਇਕ ਧੰਦਿਆਂ ਲਈ ਵਿਸ਼ੇਸ਼ ਸਹੂਲਤਾਂ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਅਤੇ ਇਸ ਨਾਲ ਸੰਬੰਧਿਤ ਹੋਰਨਾਂ ਧੰਦਿਆਂ ਲਈ ਸਰਕਾਰ ਨੇ 11 ਸੂਤਰੀ ਪ੍ਰੋਗਰਾਮ ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਾਬਾਰਡ ਰਾਹੀਂ ਕਿਸਾਨਾਂ ਲਈ 30,000 ਕਰੋੜ ਰੁਪਏ ਦੀ ਵਾਧੂ ਹੰਗਾਮੀ ਵਰਕਿੰਗ ਕੈਪੀਟਲ ਮੁਹੱਈਆ ਕਰਵਾਈ ਗਈ ਹੈ, ਜਿਹੜੀ ਪੇਂਡੂ ਖੇਤਰ ਦੇ ਕੋਆਪਰੇਟਿਵ ਬੈਂਕਾਂ ਅਤੇ RRB ਵੱਲੋਂ ਪਹਿਲਾਂ ਦਿੱਤੀ ਜਾ ਚੁੱਕੀ 90,000 ਕਰੋੜ ਰੁਪਏ ਦੀ ਸਹਾਇਤਾ ਤੋਂ ਵੱਖਰੀ ਹੈ। ਇਸ ਨਾਲ 3 ਕਰੋੜ ਕਿਸਾਨਾਂ ਨੂੰ ਲਾਭ ਹੋਵੇਗਾ, ਜਿਨ੍ਹਾਂ ਚੋਂ ਜ਼ਿਆਦਾਤਰ ਛੋਟੇ ਕਿਸਾਨ ਨੇ। PM ਕਿਸਾਨ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਕਿਸਾਨ ਕ੍ਰੈਡਿਟ ਕਾਰਡ ਮੁਹੱਈਆ ਕਰਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਨੇ। ਇਸ ਮੁਹਿੰਮ ਵਿੱਚ ਮਛੇਰਿਆਂ ਅਤੇ ਪਸ਼ੂ ਪਾਲਕਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਲਾਕਡਾਊਨ ਦੌਰਾਨ 74,300 ਕਰੋੜ ਰੁਪਏ ਤੋਂ ਵੱਧ ਘੱਟੋ-ਘੱਟ ਸਮਰਥਨ ਮੁੱਲ ਤੇ ਫਸਲਾਂ ਦੀ ਖਰੀਦ ਹੋਈ ਹੈ। ਪ੍ਰਧਾਨ ਮੰਤਰੀ ਕਿਸਾਨ ਫੰਡ ਯੋਜਨਾ ਤਹਿਤ 18,700 ਕਰੋੜ ਰੁਪਏ ਲਾਭਪਾਤਰੀਆਂ ਦੇ ਖਾਤੇ ਵਿੱਚ ਭੇਜੇ ਗਏ ਨੇ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ 6,400 ਕਰੋੜ ਰੁਪਏ ਦੇ ਕਲੇਮ ਕਿਸਾਨਾਂ ਨੂੰ ਦਿੱਤੇ ਗਏ ਨੇ। ਲਾਕਡਾਊਨ ਦੌਰਾਨ ਦੁੱਧ ਦੀ ਮੰਗ 20 ਤੋਂ 25% ਘਟੀ। I'd like to highlight what are we announcing today for supporting agriculture and allied activities. I'll be announcing 11 measures, and from among them 8 of them relate to strengthening infrastructure, strengthening capacities, building better logistics and so on. So 8 of the 11 relate to such things where government allocates money. Activities will be undertaken in such a way that very quickly we can ramp up on storage capacities, logistics and so on. The rest 3 ਕੇਂਦਰੀ ਖਜ਼ਾਨਾ ਮੰਤਰੀ ਨੇ ਦੱਸਿਆ ਕਿ ਭੰਡਾਰਨ ਦੀ ਘਾਟ ਨੂੰ ਪੂਰਾ ਕਰਨ ਲਈ 1 ਲੱਖ ਕਰੋੜ ਰੁਪਏ ਦੀ ਖੇਤੀ ਬੁਨਿਆਦੀ ਢਾਂਚਾ ਵਿਕਾਸ ਯੋਜਨਾ ਲਿਆਂਦੀ ਗਈ ਹੈ, ਜਿਸ ਰਾਹੀਂ ਕੋਲਡ ਸਟੋਰਾਂ ਤੇ ਫਸਲਾਂ ਦੀ ਕਟਾਈ ਤੋਂ ਬਾਅਦ ਉਸ ਦੀ ਸਾਂਭ ਸੰਭਾਲ ਨੂੰ ਵਿਕਸਿਤ ਕੀਤਾ ਜਾਵੇਗਾ। ਇਸ ਦੇ ਨਾਲ ਖੇਤੀ ਲਾਗਤਾਂ ਦਾ ਵਾਜਬ ਮੁੱਲ ਮਿਲਣ ਦੇ ਨਾਲ ਉਸ ਨੂੰ ਲੰਬੇ ਅਰਸੇ ਤੱਕ ਸੰਭਾਲਣ ਵਿੱਚ ਮਦਦ ਮਿਲੇਗੀ। ਇਸ ਦਾ ਲਾਭ ਮੁੱਢਲੀਆਂ ਖੇਤੀਬਾੜੀ ਕੋਆਪਰੇਟਿਵ ਸੁਸਾਇਟੀਆਂ, ਖੇਤੀ ਉਤਪਾਦਨ ਸੰਗਠਨਾਂ, ਖੇਤੀਬਾੜੀ ਆਧਾਰਿਤ ਸੰਸਥਾਨਾਂ ਅਤੇ ਸਟਾਰਟਅਪ ਇਕਾਈਆਂ ਨੂੰ ਵੀ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੌਮਾਂਤਰੀ ਪਹੁੰਚ ਰੱਖਦੇ ਹੋਏ ਵੋਕਲ ਫਾਰ ਲੋਕਲ ਦੇ ਵਿਜ਼ਨ ਨੂੰ ਕੌਮੀ ਜਾਮਾ ਪਹਿਨਾਉਣ ਲਈ ਸਥਾਨਕ ਪੱਧਰ ਤੇ ਪੈਦਾ ਹੋਣ ਵਾਲੀਆਂ ਵਸਤਾਂ ਨੂੰ ਕੌਮਾਂਤਰੀ ਮਿਆਰ ਦਾ ਬਣਾਉਣ ਦਾ ਯਤਨ ਕੀਤਾ ਜਾਵੇਗਾ। ਇਸ ਸਕੀਮ ਤਹਿਤ 2 ਲੱਖ ਮਾਈਕਰੋ ਫੂਡ ਅਦਾਰਿਆਂ ਨੂੰ ਲਾਭ ਪਹੁੰਚਾਉਣ ਦਾ ਯਤਨ ਕੀਤਾ ਜਾਵੇਗਾ। ਇਸ ਦੇ ਲਈ 10,000 ਕਰੋੜ ਰੁਪਏ ਦੀ ਸਕੀਮ ਤਿਆਰ ਕੀਤੀ ਗਈ ਹੈ। ਮਛੇਰਿਆਂ ਦੀ ਭਲਾਈ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦਾ ਜ਼ਿਕਰ ਕਰਦਿਆਂ ਖਜ਼ਾਨਾ ਮੰਤਰੀ ਨੇ ਕਿਹਾ ਕਿ ਇਸ ਰਾਹੀਂ ਮਛੇਰਿਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਹਨਾਂ ਵਿੱਚੋਂ 11,000 ਕਰੋੜ ਰੁਪਏ ਦੇ ਸਮੁੰਦਰ ਦੇ ਅੰਦਰ ਜਾ ਕੇ ਜਾਂ ਕੰਢਿਆਂ ਤੇ ਰਹਿ ਕੇ ਮੱਛੀਆਂ ਫੜਨ ਵਾਲਿਆਂ ਦੇ ਨਾਲ ਐਕਵਾ ਕਲਚਰ ਤੇ ਖਰਚ ਕੀਤੇ ਜਾਣਗੇ, ਜਦਕਿ 9,000 ਕਰੋੜ ਰੁਪਏ ਉਹਨਾਂ ਦੇ ਮੁੱਢਲੇ ਢਾਂਚੇ ਦੇ ਵਿਕਾਸ ਤੇ ਖਰਚ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਨਾਲ ਅਗਲੇ 5 ਸਾਲਾਂ 'ਚ 70 ਲੱਖ ਟਨ ਵਾਧੂ ਮੱਛੀ ਉਤਪਾਦ ਹੋਵੇਗਾ, ਜਿਸ ਨਾਲ ਤਕਰੀਬਨ 55 ਲੱਖ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ ਅਤੇ ਮੱਛੀ ਪਾਲਣ ਨਾਲ ਜੁੜੀਆਂ ਬਰਾਮਦਾਂ ਵੱਧ ਕੇ 1 ਲੱਖ ਕਰੋੜ ਤੱਕ ਹੋ ਜਾਣਗੀਆਂ। ਡੰਗਰਾਂ ਦੀਆਂ ਬਿਮਾਰੀਆਂ ਤੇ ਕਾਬੂ ਪਾਉਣ ਲਈ
13,343 ਕਰੋੜ ਰੁਪਏ ਕੌਮੀ ਪੱਧਰ ਤੇ ਖਰਚ ਕੀਤੇ ਜਾਣਗੇ, ਜਿਸ ਵਿੱਚ ਰੋਕਥਾਮ ਨੂੰ ਵਧੇਰੇ ਤਰਜੀਹ ਦਿੱਤੀ ਜਾਵੇਗੀ। ਇਸ ਮੰਤਵ ਲਈ ਕੱਟੀਆਂ, ਮੱਝੀਆਂ, ਭੇਡਾਂ, ਬੱਕਰੀਆਂ ਅਤੇ ਸੂਰਾਂ ਜਿਨ੍ਹਾਂ ਦੀ ਕੁੱਲ ਆਬਾਦੀ 53 ਕਰੋੜ ਦੇ ਆਸ-ਪਾਸ ਹੈ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ 100% ਟੀਕੇ ਲਗਾਏ ਜਾਣਗੇ। ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਲਈ 15,000 ਕਰੋੜ ਰੁਪਏ ਦਾ ਫੰਡ ਤਿਆਰ ਕੀਤਾ ਜਾਵੇਗਾ, ਜਿਸ ਨਾਲ ਦੁੱਧ ਦੀ ਪੈਦਾਵਾਰ ਨੂੰ ਵਧਾਉਣ ਅਤੇ ਉਸ ਦੀ ਮਾਰਕੀਟਿੰਗ ਲਈ ਪ੍ਰਾਈਵੇਟ ਪੂੰਜੀਕਾਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦੁੱਧ ਦੇਣ ਵਾਲੇ ਪਸ਼ੂਆਂ ਲਈ ਅਜਿਹੇ ਬੂਟੇ ਵੀ ਤਿਆਰ ਕੀਤੇ ਜਾਣਗੇ ਜਿਸ ਨਾਲ ਉਹਨਾਂ ਦੀ ਸਿਹਤ ਠੀਕ ਰਹੇ ਅਤੇ ਉਹ ਬਿਮਾਰੀਆਂ ਤੋਂ ਬਚੇ ਰਹਿਣ। ਅਜਿਹੇ ਬੂਟਿਆਂ ਦੀ ਬਰਾਮਦ ਨੂੰ ਵੀ ਹੱਲਾਸ਼ੇਰੀ ਦਿੱਤੀ ਜਾਵੇਗੀ। ਮਧੂ ਮੱਖੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ 500 ਕਰੋੜ ਰੁਪਏ ਦੀਆਂ ਵਿਸ਼ੇਸ਼ ਰਕਮਾਂ ਰੱਖੀਆਂ ਗਈਆਂ ਨੇ, ਜਿਸ ਨਾਲ ਪੇਂਡੂ ਖੇਤਰ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਨਾਲ-ਨਾਲ ਮਧੂ ਮੱਖੀਆਂ ਵੱਲੋਂ ਕੀਤੇ ਜਾਣ ਵਾਲੇ ਪੋਲੀਨੇਸ਼ਨ ਨਾਲ ਫਸਲਾਂ ਦਾ ਝਾੜ ਵਧਣ ਤੇ ਮਿਆਰ ਦਾ ਚੰਗਾ ਹੋਣ ਦੀ ਵੀ ਸੰਭਾਵਨਾ ਹੈ। ਇਸ ਯੋਜਨਾ ਨਾਲ 2 ਲੱਖ ਤੋਂ ਵੱਧ ਮਧੂ ਮੱਖੀ ਪਾਲਕਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਤੇ ਖਪਤਕਾਰਾਂ ਨੂੰ ਮਿਆਰੀ ਸ਼ਹਿਦ ਮਿਲਣ ਵਿੱਚ ਮਦਦ ਮਿਲੇਗੀ। ਖਜ਼ਾਨਾ ਮੰਤਰੀ ਨੇ ਦੱਸਿਆ ਕਿ ਆਪਰੇਸ਼ਨ ਗ੍ਰੀਨ ਦੇ ਘੇਰੇ ਨੂੰ ਵਧਾਉਂਦੇ ਹੋਏ ਇਸ ਵਿੱਚ ਟਮਾਟਰ, ਪਿਆਜ਼ ਅਤੇ ਆਲੂਆਂ ਦੇ ਨਾਲ-ਨਾਲ ਸਾਰੀਆਂ ਸਬਜ਼ੀਆਂ ਅਤੇ ਫਲਾਂ ਨੂੰ ਇਸ ਘੇਰੇ ਵਿੱਚ ਲਿਆਂਦਾ ਜਾਵੇਗਾ। ਇਸ ਦੇ ਲਈ 500 ਕਰੋੜ ਰੁਪਏ ਰੱਖੇ ਗਏ ਨੇ। ਇਸ ਯੋਜਨਾ ਨੂੰ 6 ਮਹੀਨਿਆਂ ਲਈ ਫਾਈਨਲ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਜਾਵੇਗਾ। ਜੇਕਰ ਇਸ ਦੇ ਚੰਗੇ ਨਤੀਜੇ ਸਾਹਮਣੇ ਆਏ ਤਾਂ ਉਸ ਨੂੰ ਅੱਗੇ ਵਧਾਇਆ ਜਾਵੇਗਾ। ਇਸ ਤਹਿਤ 50% ਸਬਸਿਡੀ ਸਟੋਰੇਜ ਅਤੇ 50% ਸਬਸਿਡੀ ਮੰਡੀਕਰਨ ਲਈ ਦਿੱਤੀ ਜਾਵੇਗੀ। ਜ਼ਰੂਰੀ ਵਸਤਾਂ ਬਾਰੇ ਕਾਨੂੰਨ ਦਾ ਜ਼ਿਕਰ ਕਰਦਿਆਂ ਖਜ਼ਾਨਾ ਮੰਤਰੀ ਨੇ ਕਿਹਾ ਕਿ ਇਸ ਤਹਿਤ ਕਿਸਾਨਾਂ ਨੂੰ ਢੁਕਵਾਂ ਮੁੱਲ ਮੁਹੱਈਆ ਕਰਾਉਣ ਲਈ 1955 ਤੋਂ ਚੱਲੇ ਆ ਰਹੇ ਕਾਨੂੰਨ 'ਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ। Just to give you reassurance that some of the dates which we had extended for fisheries related activities, because many of them had overseas contracts in getting the brood stock or in getting some of the consignments which were coming from abroad, all the deadline extensions have been honored. The validity for SIPs, sanitary import permits for import of shrimp brood stock, was extended by 3 months. We have also condoned the delay of 1 month in the arrival of brood stock consignments, and for all the quarantine. ਕੇਂਦਰ ਸਰਕਾਰ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਦੇਸ਼ ਦੀ ਆਰਥਿਕਤਾ ਨੂੰ ਮੁੜ ਉਭਾਰਨ ਲਈ ਆਤਮ ਨਿਰਭਰ ਭਾਰਤ ਅਭਿਆਨ ਤਹਿਤ 20 ਲੱਖ ਕਰੋੜ ਰੁਪਏ ਆਰਥਿਕ ਪੈਕੇਜ ਦਾ ਐਲਾਨ ਕੀਤਾ ਗਿਆ। ਇਸ ਪੈਕੇਜ ਵਿੱਚ ਪ੍ਰਵਾਸੀ ਮਜ਼ਦੂਰਾਂ, ਸੜਕਾਂ ਤੇ ਰੇਹੜੀ ਫੜੀ ਲਗਾਉਣ ਵਾਲਿਆਂ, ਛੋਟੇ ਵਪਾਰੀਆਂ ਅਤੇ ਕਿਸਾਨਾਂ ਆਦਿ ਵਰਗਾਂ ਨੂੰ ਕਈ ਤਰ੍ਹਾਂ ਦੀਆਂ ਰਾਹਤਾਂ ਤੇ ਸਹੂਲਤਾਂ ਦਾ ਐਲਾਨ ਕੀਤਾ ਗਿਆ ਹੈ। ਮੋਗਾ ਦੇ ਰੇਹੜੀ ਫੜੀ ਤੇ ਕੰਮ ਕਰਨ ਵਾਲੇ ਅਤੇ ਸੈਲਫ ਹੈਲਪ ਗਰੁੱਪਾਂ ਵਿੱਚ ਕੰਮ ਕਰਨ ਵਾਲੇ ਬੇਜ਼ਮੀਨੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਵੱਲੋਂ ਜਾਰੀ ਆਰਥਿਕ ਪੈਕੇਜ ਤੇ ਖੁਸ਼ੀ ਜ਼ਾਹਰ ਕਰਦਿਆਂ ਲੋਕਡਾਊਨ ਕਾਰਨ ਉਹਨਾਂ ਦੇ ਕੰਮ ਵਿੱਚ ਆਈ ਖੜੋਤ ਨੂੰ ਦੂਰ ਕਰਨ ਵਿੱਚ ਇੱਕ ਵੱਡਾ ਸਹਾਰਾ ਦੱਸਿਆ ਹੈ। ਮੋਗਾ ਦੇ ਕਿਸਾਨ ਅੰਗਰੇਜ਼ ਸਿੰਘ ਨੇ ਗਰੀਬ ਕਿਸਾਨਾਂ ਲਈ ਐਲਾਨੀ ਆਰਥਿਕ ਮਦਦ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 20 ਲੱਖ ਕਰੋੜ ਰੁਪਏ ਦਾ ਜੋ ਆਰਥਿਕ ਤੌਰ ਤੇ ਲੋਕਾਂ ਦੇ ਲਈ ਆਰਥਿਕ ਤੌਰ ਤੇ ਤਕੜਾ ਕਰਨ ਦੇ ਲਈ ਜੋ ਲੋਕਾਂ ਲਈ ਪੈਕੇਜ ਦਿੱਤਾ ਹੈ। ਇਸ ਪੈਕੇਜ ਦੇ ਨਾਲ ਦੁਬਾਰਾ ਲੋਕ ਉਹ ਆਪਣੇ ਕੰਮ ਸ਼ੁਰੂ ਕਰ ਸਕਣ ਅਤੇ ਆਪਣਾ ਆਰਥਿਕ ਤੌਰ ਤੇ ਗੁਜ਼ਾਰਾ ਵਧੀਆ ਤਰੀਕੇ ਨਾਲ ਕਰ ਸਕਣ। ਰੇਹੜੀ ਤੇ ਸਬਜ਼ੀ ਵੇਚਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੇ ਵੀ ਆਰਥਿਕ ਪੈਕੇਜ ਤੇ ਖੁਸ਼ੀ ਜਤਾਈ। ਇੱਕ ਮਜ਼ਦੂਰ ਦਾ ਕਹਿਣਾ ਸੀ ਕਿ ਉਹ ਰੋਜ਼ਾਨਾ ਆੜਤੀ ਮੰਡੀਆਂ ਤੋਂ ਉਧਾਰ ਸਬਜ਼ੀਆਂ ਤੇ ਫਲ ਲਿਆ ਕੇ ਪਿੰਡਾਂ ਸ਼ਹਿਰਾਂ ਵਿੱਚ ਵੇਚਦਾ ਸੀ ਤੇ ਵੱਟੇ ਪੈਸਿਆਂ ਵਿੱਚੋਂ ਆੜਤੀਆਂ ਦੇ ਪੈਸੇ ਚੁਕਾਉਂਦਾ ਸੀ, ਪਰ ਲੋਕਡਾਊਨ ਕਰਕੇ ਆੜਤੀਆਂ ਨੇ ਉਸ ਨੂੰ ਉਧਾਰ ਦੇਣਾ ਬੰਦ ਕਰ ਦਿੱਤਾ, ਜਿਸ ਕਰਕੇ ਉਸ ਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਵਿੱਚ ਦਿੱਕਤ ਪੇਸ਼ ਆ ਰਹੀ ਸੀ। ਪਰ ਹੁਣ ਕੇਂਦਰ ਸਰਕਾਰ ਵੱਲੋਂ 10,000 ਰੁਪਏ ਦੇ ਕਰਜ਼ੇ ਦੀ ਸਹੂਲਤ ਨਾਲ ਉਹ ਛੇਤੀ ਹੀ ਪੈਰਾਂ ਤੇ ਖੜਾ ਹੋਵੇਗਾ। ਇਸ ਪ੍ਰਵਾਸੀ ਕਾਮੇ ਦੀ ਤਰ੍ਹਾਂ ਉਸਦੇ ਹੋਰ ਸਾਥੀਆਂ ਨੇ ਵੀ ਕੇਂਦਰ ਵੱਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ। किलो अनाज और 1 किलो छोले प्रति व्यक्ति दे रही है, इसीलिए हम अपना देश जाने के लिए कैंसिल कर दिया है। जब तक हमारा काम पटरी पे आ जाएगा, काम चलता रहेगा, जो सरकार दे रही है हमें राशन, उससे हमारा गुजर बसर हो जाएगा। इस कर्फ्यू के दौरान हमको पता चला 10,000 रुपया मिल रहा है सरकार के द्वारा। हम इस 10,000 से कोई न कोई काम चला सकते हैं। इस वक्त सरकार को हम धन्यवाद करना चाहते हैं। ਮਹਾਨਗਰ ਲੁਧਿਆਣਾ ਦੇ ਗਰੀਬ ਵਰਗ ਦੇ ਲੋਕਾਂ, ਪ੍ਰਵਾਸੀ ਮਜ਼ਦੂਰਾਂ ਅਤੇ ਰੇਹੜੀ ਫੜੀ ਵਾਲਿਆਂ ਵਿੱਚ ਕੇਂਦਰ ਵੱਲੋਂ ਐਲਾਨੇ ਗਏ ਆਰਥਿਕ ਪੈਕੇਜ ਨਾਲ ਇੱਕ ਆਸ ਦੀ ਕਿਰਨ ਜਾਗੀ ਹੈ। ਜੋ ਪ੍ਰਵਾਸੀ ਪੰਜਾਬ ਤੋਂ ਹਿਜਰਤ ਕਰਕੇ ਆਪਣੇ ਸੂਬਿਆਂ 'ਚ ਜਾਣ ਦੀ ਸੋਚ ਰਹੇ ਸਨ, ਉਹ ਹੁਣ ਸਰਕਾਰ ਵੱਲੋਂ ਦਿੱਤੀਆਂ ਰਿਆਇਤਾਂ ਦਾ ਫਾਇਦਾ ਉਠਾਉਂਦਿਆਂ ਇੱਥੇ ਹੀ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ। ਇਹਨਾਂ ਕਾਮਿਆਂ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ 10,000 ਰੁਪਏ ਦੇ ਕਰਜ਼ੇ ਦੇ ਐਲਾਨ ਨਾਲ ਉਹ ਲੋਕਡਾਊਨ ਦੀ ਮਾਰ ਤੋਂ ਉੱਭਰ ਸਕਣਗੇ। ਸਬਜ਼ੀ ਵਿਕਰੇਤਾ ਸੰਤੋਸ਼ ਕੁਮਾਰ, ਫਲ ਵਿਕਰੇਤਾ ਰਾਮ ਵਿਲਾਸ, ਸੁਰੇਸ਼ ਕੁਮਾਰ, ਰਾਜਨ ਅਤੇ ਰਾਜੂ ਆਦਿ ਸਰਕਾਰ ਵੱਲੋਂ ਕੀਤੇ ਗਏ ਐਲਾਨਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ। मैं सब्जी काम करता हूँ और जो मोदी साहब ने 10,000 रुपये लोन देने के लिए सब्जी रेहड़ी फड़ी वालों को जो दिया है, उसके लिए हम लोग बहुत वो हैं, खुश हैं कि जो हमारा काम और आगे बढ़ेगा, चढ़ेगा। जो हम लोग परेशानी थी, हमको परेशानी दूर हो जाएगी हमारी।
मोदी जी ने तो बहुत अच्छा काम किया है। हमारे रेहड़ी फड़ी वालों के लिए भी 10,000 रुपये की घोषणा की है और बाकी भी छोटे मोटे उद्योग हैं उनके लिए भी बहुत अच्छा काम किया है। इससे हमारे घर वालों को भी पालन पोषण हो पाएगा। उन्होंने बहुत अच्छा काम किया। मोदी जी का बहुत बहुत धन्यवाद करते हैं। धन्यवाद करते हैं जो 10,000 रुपये अगर ये हमको मिल जाएगा तो और हम अपना कारोबार बढ़ा लेंगे, धंधा, और हमारा जो परिवार है ना और थोड़ा सुखी हो जाएगा। थाना में फ्रूट का काम करता हूँ। आज का काम धंधा वैसे भी नहीं है सर जी, 2-3 घंटे की चलो थोड़ा माड़ा मोटा काम कर लेते हैं सर। लेकिन यह है कि मोदी जी की सरकार जो हमारी जो अच्छी सरकार है 10,000 रुपये देने का फैसला किया है हर रेहड़ी फड़ी वालों के लिए, तो उसके लिए हम लोग अपना थोड़ा बड़ा कुछ काम कर सकेंगे। ਇਸੇ ਤਰ੍ਹਾਂ ਮੁਕਤਸਰ ਜ਼ਿਲ੍ਹੇ ਵਿੱਚ ਵੀ ਪ੍ਰਵਾਸੀ ਮਜ਼ਦੂਰਾਂ ਨੇ ਉਹਨਾਂ ਨੇ ਐਲਾਨੇ ਗਏ ਆਰਥਿਕ ਪੈਕੇਜ ਦਾ ਸਵਾਗਤ ਕੀਤਾ ਹੈ ਅਤੇ ਆਪਣੇ ਭਵਿੱਖ ਨੂੰ ਲੈ ਕੇ ਹੁਣ ਉਹਨਾਂ ਨੂੰ ਕੁਝ ਤਸੱਲੀ ਮਿਲੀ ਹੈ। ਇੱਕ ਪ੍ਰਵਾਸੀ ਮਜ਼ਦੂਰ ਅਮਿਤ ਨੇ ਕੇਂਦਰ ਸਰਕਾਰ ਵੱਲੋਂ ਇੱਕ ਦੇਸ਼ ਇੱਕ ਰਾਸ਼ਨ ਕਾਰਡ ਸਕੀਮ ਲਿਆਉਣ ਦੇ ਐਲਾਨ ਨੂੰ ਬਹੁਤ ਵਧੀਆ ਕਦਮ ਦੱਸਿਆ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ 2 ਮਹੀਨਿਆਂ ਤੱਕ ਮੁਫਤ ਰਾਸ਼ਨ ਮਿਲਣ ਦੇ ਐਲਾਨ ਤੇ ਖੁਸ਼ੀ ਜ਼ਾਹਰ ਕੀਤੀ। ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਦੇਸ਼ ਦਾ ਇੱਕੋ ਹੀ ਰਾਸ਼ਨ ਕਾਰਡ ਬਣਾਉਣ ਦੀ ਗੱਲ ਕਹੀ ਹੈ, ਜਿਸ ਕਾਰਨ ਸਾਨੂੰ ਕੀ ਕਹਿੰਦੇ ਰਾਸ਼ਨ ਮਿਲ ਸਕੇਗਾ ਤੇ ਸਾਨੂੰ ਵੱਖ-ਵੱਖ ਰਾਸ਼ਨ ਕਾਰਡ ਨਹੀਂ ਬਣਾਉਣ ਦੀ ਲੋੜ ਪਊਗੀ। ਠੀਕ ਹੈ, ਤੇ ਉਦੋਂ ਤੱਕ ਜਦੋਂ ਤੱਕ ਸਾਡੇ ਰਾਸ਼ਨ ਕਾਰਡ ਨਹੀਂ ਬਣਦੇ। ਹੋਰ ਪ੍ਰਵਾਸੀ ਮਜ਼ਦੂਰਾਂ ਆਕਾਸ਼, ਰਮੇਸ਼ ਅਤੇ ਹਰੀ ਰਾਮ ਨੇ ਕਿਹਾ ਕਿ ਪੰਜਾਬ 'ਚੋਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਹਿਜਰਤ ਕਰਕੇ ਜਾਣ ਦਾ ਸਭ ਤੋਂ ਵੱਡਾ ਕਾਰਨ ਉਹਨਾਂ ਨੂੰ ਇੱਥੇ ਰਾਸ਼ਨ ਦਾ ਨਾ ਮਿਲਣਾ ਸੀ, ਪਰ ਹੁਣ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਸਕੀਮ ਆਉਣ ਤੇ ਇਸ ਝੰਜਟ ਖਤਮ ਹੋ ਜਾਵੇਗਾ ਤੇ ਉਹਨਾਂ ਨੂੰ ਇਸ ਤਰ੍ਹਾਂ ਆਪਣੇ ਘਰਾਂ ਲਈ ਨਹੀਂ ਭੱਜਣਾ ਪਵੇਗਾ। उनका राशन कार्ड यहाँ का है इसलिए रह रही। ये जो राशन कार्ड था वो समस्या राशन कार्ड की ख़त्म कर दी गई है। ये मतलब राशन कार्ड वहाँ का हो या यहाँ का, राशन कार्ड उसी से हर एक जगह मिलेगा, इसलिए अब वो समस्या नहीं आएगी। और मैं भारत सरकार का धन्यवाद करता हूँ मोदी साहब का। हमारे जो यूपी के राशन कार्ड हैं वहाँ उस राशन कार्ड से कहीं भी राशन ले सकते हैं, कहीं भी राशन करके मतलब यहाँ पे राशन यूपी तो मिल जाए सी और पैसे भी मिलते सी, ताकर सारे लेके मोदी ने धन्यवाद किया सी कि हर जगह जहाँ भी रहो राशन मिलूगा। ये मोदी सरकार ने ਹੁਣ ਰਾਸ਼ਨ ਕਾਰਡ ਇੱਕੋ ਹੀ ਬਣਾਤਾ, 3 ਮਹੀਨੇ ਰਾਸ਼ਨ ਮਿਲੂਗਾ। ਜੇ ਰਾਸ਼ਨ ਕਾਰਡ ਨਹੀਂ ਬਣਦਾ ਤੁਹਾਡਾ ਤਾਂ 3 ਮਹੀਨੇ ਤੱਕ ਰਾਸ਼ਨ ਮੁਫਤ ਦਿੱਤਾ ਜਾਊਗਾ। ਗੁਰਦਾਸਪੁਰ ਜ਼ਿਲ੍ਹੇ ਵਿੱਚ ਗਰੀਬ ਅਤੇ ਮਜ਼ਦੂਰ ਵਰਗ ਲਈ ਕੇਂਦਰ ਵੱਲੋਂ ਐਲਾਨੀਆਂ ਗਈਆਂ ਸਹੂਲਤਾਂ ਦਾ ਵੱਡੇ ਪੱਧਰ ਤੇ ਸਵਾਗਤ ਕੀਤਾ ਗਿਆ। ਇਹਨਾਂ ਤੋਂ ਇਲਾਵਾ ਛੋਟੇ ਵਪਾਰੀਆਂ ਨੇ ਵੀ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਸ਼ਲਾਘਾ ਕੀਤੀ। ਛੋਟੇ ਦੁਕਾਨਦਾਰ ਬਿੱਟੂ ਸ਼ਰਮਾ ਨੇ ਮੋਦੀ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਹੁਣ ਉਹ ਛੇਤੀ ਹੀ ਲੋਕਡਾਊਨ ਦੇ ਅਸਰ ਤੋਂ ਬਾਅਦ ਆਪਣੇ ਪੈਰਾਂ ਤੇ ਖੜੇ ਹੋ ਜਾਣਗੇ। ਇਸੇ ਤਰ੍ਹਾਂ ਪ੍ਰਵਾਸੀ ਮਜ਼ਦੂਰ ਪ੍ਰਵੀਨ ਅਤੇ ਅਮਨ ਨੇ ਵੀ ਸਰਕਾਰ ਵੱਲੋਂ ਉਹਨਾਂ ਦੀ ਬਾਂਹ ਫੜਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਰਾਜਨ ਜੋ ਵੀ ਮੋਦੀ ਸਰਕਾਰ ਨੇ ਆਪਣੇ ਯੋਜਨਾ ਦੇਣ ਦਾ ਐਲਾਨ ਕੀਤਾ ਹੈ, ਉਹ ਸਾਡੀ ਕਰਿਆਨੇ ਦੀ ਛੋਟੀ ਜਿਹੀ ਦੁਕਾਨ ਹੈ, ਉਹਦੇ ਵਿੱਚ ਕਰੋਨਾ ਵਾਇਰਸ ਕਰਕੇ ਬਹੁਤ ਮੰਦੀ ਦਾ ਚੱਲਦਾ ਪਿਆ ਹੈ ਤੇ ਹੋ ਸਕਦਾ ਕਿ ਵੱਧ ਤੋਂ ਵੱਧ ਜੇ ਮੋਦੀ ਹੁਣੀ ਸਾਡੇ ਪੈਸੇ ਦੇਣ ਦੀ ਮਦਦ ਕਰਨ ਤਾਂ ਅਸੀਂ ਕਾਰੋਬਾਰ ਨੂੰ ਆਪਣੇ ਫਿਰ ਪੈਰਾਂ ਤੇ ਖੜਾ ਕਰ ਸਕਦੇ। ਤੇ ਕੇਂਦਰ ਸਰਕਾਰ ਨੇ ਬਹੁਤ ਹੀ ਵਧੀਆ ਸ਼ਲਾਘਾਯੋਗ ਕਵਾਂਗੇ, ਮੋਦੀ ਸਰਕਾਰ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ। ਜਿਹੜਾ ਛੋਟੇ ਦੁਕਾਨਦਾਰ ਨੂੰ ਵਿਆਜ ਤੋਂ ਬਗੈਰ ਜਿਹੜੇ ਉਹ ਰਕਮ ਦੇ ਰਹੇ ਆ। ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਸਭ ਤੋਂ ਵੱਧ ਮਰੀਜ਼ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮਿਲੇ, ਪਰ ਇੱਥੋਂ ਅੱਜ ਇੱਕ ਚੰਗੀ ਖਬਰ ਆਈ। ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ 95 ਮਰੀਜ਼ਾਂ ਨੂੰ ਅੱਜ ਸਿਹਤਯਾਬ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ। ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਨੇ ਅੱਜ ਅੰਮ੍ਰਿਤਸਰ ਵਿੱਚ ਦੱਸਿਆ ਕਿ ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਅੱਧੇ ਤੋਂ ਜ਼ਿਆਦਾ ਸ਼ਰਧਾਲੂ ਠੀਕ ਹੋ ਕੇ ਆਪਣੇ ਘਰੀਂ ਪਰਤ ਚੁੱਕੇ ਨੇ ਤੇ ਬਾਕੀ ਵੀ ਚੜ੍ਹਦੀ ਕਲਾ ਵਿੱਚ ਨੇ ਤੇ ਛੇਤੀ ਹੀ ਸਿਹਤਯਾਬ ਹੋ ਜਾਣਗੇ। ਉਹਨਾਂ ਦੱਸਿਆ ਕਿ ਅੱਜ 44 ਸ਼ਰਧਾਲੂ ਸ਼੍ਰੀ ਗੁਰੂ ਨਾਨਕ ਦੇਵ ਹਸਪਤਾਲ ਅਤੇ 51 ਸ਼੍ਰੀ ਗੁਰੂ ਰਾਮਦਾਸ ਹਸਪਤਾਲ ਤੋਂ ਠੀਕ ਹੋ ਕੇ ਘਰੀਂ ਪਰਤੇ ਨੇ। ਸੋਨੀ ਨੇ ਕਿਹਾ ਕਿ ਕੋਰੋਨਾ ਮਰੀਜ਼ਾਂ ਦੇ ਸਿਹਤਯਾਬ ਹੋ ਕੇ ਘਰੀਂ ਪਰਤਣ ਨਾਲ ਬਾਕੀ ਮਰੀਜ਼ਾਂ ਨੂੰ ਵੀ ਮਾਨਸਿਕ ਤੌਰ ਤੇ ਮਜ਼ਬੂਤੀ ਮਿਲਦੀ ਹੈ। ਅੱਜ 95 ਸ਼ਰਧਾਲੂਆਂ ਦੇ ਸਿਹਤਯਾਬ ਹੋ ਕੇ ਘਰੀਂ ਪਰਤਣ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੁਣ ਤੱਕ ਸਿਹਤਯਾਬ ਹੋਏ ਕੋਰੋਨਾ ਮਰੀਜ਼ਾਂ ਦੀ ਸੰਖਿਆ 129 ਤੱਕ ਪਹੁੰਚ ਗਈ ਹੈ, ਜੋ ਇੱਕ ਬਹੁਤ ਵਧੀਆ ਸੰਕੇਤ ਹੈ। ਅੰਮ੍ਰਿਤਸਰ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ 297 ਮਰੀਜ਼ ਮਿਲੇ ਨੇ, ਪਰ ਇਸ ਵੇਲੇ ਇੱਥੇ ਐਕਟਿਵ ਕੋਰੋਨਾ ਮਰੀਜ਼ਾਂ ਦੀ ਸੰਖਿਆ 164 ਰਹਿ ਗਈ ਹੈ। ਇਹ ਜਿਹੜੇ ਸਾਡੇ ਸ਼ਰਧਾਲੂ ਜਿਹੜੇ ਨੰਦੇੜ ਸਾਹਿਬ ਤੋਂ ਆਏ ਨੇ, ਜਿਹੜੇ ਗੁਰੂ ਰਾਮਦਾਸ 'ਚ ਅਸੀਂ ਐਡਮਿਟ ਕਰਾਏ ਸੀ, ਉਹਨਾਂ 'ਚੋਂ 51 ਜਿਹੜੇ ਨੇ ਅੱਜ ਨੈਗੇਟਿਵ ਆ ਗਏ। ਸੋ 95 ਦੇ ਕਰੀਬ ਜਿਹੜੇ ਸਾਡੇ ਸ਼ਰਧਾਲੂ ਸੀਗੇ ਜਿਹੜੇ ਪਹਿਲਾਂ ਪੋਜ਼ਿਟਿਵ ਸੀ, ਜਿਸ ਵੇਲੇ ਪਹਿਲੀ ਵਾਰ ਟੈਸਟ ਕੀਤੇ ਗਏ ਸੀ, ਜਿਨ੍ਹਾਂ ਨੂੰ ਐਡਮਿਟ ਕਰਨਾ ਪਿਆ ਸੀ,
ਅੱਜ ਅਸੀਂ ਉਹਨਾਂ ਨੂੰ 95 ਨੂੰ ਹੋਰਾਂ ਨੂੰ ਘਰ ਭੇਜ ਰਹੇ ਆ। ਟੋਟਲ ਪਰਮਾਤਮਾ ਦੀ ਕਿਰਪਾ ਹੋਈ। ਟੋਟਲ 95 ਹੋ ਗਏ। ਟੋਟਲ ਅੱਜ ਦੇ ਉਧਰ ਗੁਰਦਾਸਪੁਰ ਤੋਂ ਵੀ ਅੱਜ ਚੰਗੀ ਖਬਰ ਆਈ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ 91 ਕਰੋਨਾ ਮਰੀਜ਼ਾਂ ਨੂੰ ਸਿਹਤਯਾਬ ਹੋਣ ਮਗਰੋਂ ਅੱਜ ਛੁੱਟੀ ਦਿੱਤੀ ਗਈ। ਇਹਨਾਂ ਵਿੱਚ 31 ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ, 18 CSC ਧਾਰੀਵਾਲ, 42 ਬਟਾਲਾ ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਤੰਦਰੁਸਤ ਐਲਾਨੇ ਗਏ ਤੇ ਇਹ ਖੁਸ਼ੀ-ਖੁਸ਼ੀ ਆਪਣੇ ਘਰੀਂ ਪਰਤੇ। ਹੁਣ ਤੱਕ ਗੁਰਦਾਸਪੁਰ ਜ਼ਿਲ੍ਹੇ ਵਿੱਚ ਕੁੱਲ 100 ਕਰੋਨਾ ਮਰੀਜ਼ ਸਿਹਤਯਾਬ ਹੋਣ ਮਗਰੋਂ ਘਰੀਂ ਪਰਤ ਚੁੱਕੇ ਨੇ। ਇਸ ਦੇ ਨਾਲ ਹੀ ਸਾਡਾ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ। ਨਮਸਕਾਰ।